गुर का शब्द काटे कोट करम। हम बो पाप किए अपराधी, गुर काटे कटित कटीत। हर हर नाम दियो मुख औखद, जन नानक पतित पुनीत। ਕਾਨੜਾ ਮਹਲਾ ਚੌਥਾ। ਭਾਵ ਅਰਥ, ਅਪਰਾਧੀਆਂ ਦੇ ਘੋਰ ਪਾਪ ਚਾਹੇ ਕਿਤਨੇ ਹੀ ਬਹੁਤੇ ਕੀਤੇ ਹੋਏ ਹੋਣ, ਸਤਿਗੁਰੂ ਨੇ ਕੱਟਦੇ ਕੱਟਦੇ ਸਾਰੇ ਹੀ ਕੱਟ ਸਿੱਟੇ। ਸਤਿਗੁਰੂ ਅਤ ਬੱਜਰ ਪਾਪਾਂ ਨੂੰ ਕੱਟਦਾ ਕੱਟਦਾ ਸਾਰੇ ਹੀ ਕੱਟ ਦਿੰਦਾ ਹੈ। ਕਿਵੇਂ ਕੱਟਦਾ ਹੈ? ਜਿਸ ਜਨ ਦੇ ਪਾਪ ਕੱਟਣੇ ਸਤਿਗੁਰੂ ਨੇ ਠਾਣੇ ਹੋਏ ਹੋਣ, ਉਸ ਜਨ ਦੇ ਮੁਖ ਵਿਖੇ ਅੰਮ੍ਰਿਤ ਰੂਪੀ ਪਾਰਸ ਨਾਮ ਦੀ ਔਖਦੀ ਦੇ ਦਿੰਦਾ ਹੈ। ਜਿਸ ਅੰਮ੍ਰਿਤ ਨਾਮ ਰੂਪੀ ਔਖਦੀ ਦੀ ਕਲਾ ਦੁਆਰਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਹ ਪਤਿਤ ਤੋਂ ਪੁਨੀਤ ਹੋ ਜਾਂਦਾ ਹੈ। ਇਹ ਔਖਦੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੀ ਹੈ, ਹੋਰ ਕਿਤੇ ਨਹੀਂ। ਗੁਰਮਤਿ ਨਾਮ ਦੀ ਇਹ ਪਾਰਸ ਰਸਾਇਣੀ ਔਖਦੀ ਅਣਗਿਣਤ ਪਾਪ ਕਰਮਾਂ ਨੂੰ ਕੱਟ ਕੇ ਪਾਪ ਕਰਮੀ ਪਤਿਤ ਦਿਲ ਵਾਲਿਆਂ ਨੂੰ ਪਾਵਨ ਪਵਿੱਤਰ ਕਰ ਦਿੰਦੀ ਹੈ। ਐਸਾ ਪਾਰਸ ਪ੍ਰਭਾਵੀ ਪਤਿਤ ਪਾਵਨੀ ਨਾਮ ਹੈ ਗੁਰਮਤਿ ਰਸਾਇਣੀ ਟਕਸਾਲ ਦਾ, ਜੋ ਗੁਰੂ ਨਾਨਕ ਦੇ ਘਰ ਵਿੱਚ ਹੀ ਟਕਸਾਲਿਆ ਜਾਂਦਾ ਹੈ। ਜਿਉ ਛੋ ਪਾਰਸ ਮਨੂਰ ਭਏ ਕੰਚਨ, ਤਿਉ ਪਤਿਤ ਜਨ ਮਿਲ ਸੰਗਤੀ ਸੁਧ ਹੋਵਤ, ਗੁਰਮਤੀ ਸੁਧ ਹਾਦੋ। ਜਿਉ ਕਾਸ਼ਟ ਸੰਗ ਲੋਹਾ ਬਹੁ ਤਰਤਾ, ਤਿਉ ਪਾਪੀ ਸੰਗ ਤਰੇ, ਸਾਧ ਸਾਧ ਸੰਗਤੀ, ਗੁਰ ਸਤਿਗੁਰੂ ਗੁਰ ਸਾਧੋ। ਚਾਰ ਬਰਨ ਚਾਰ ਆਸ਼ਰਮ ਹੈ, ਕੋਈ ਮਿਲੈ ਗੁਰੂ ਗੁਰ ਨਾਨਕ, ਸੋ ਆਪ ਤਰੈ ਕੁਲ ਸਗਲ ਤਰਾਧੋ। ਕਾਨੜਾ ਮਹਲਾ ਚੌਥਾ। ਭਾਵ ਅਰਥ, ਜਿਉ ਪਾਰਸ ਨੂੰ ਛੋ ਕੇ ਘਟੀਆ ਤੋਂ ਘਟੀਆ ਨਿਕੰਮਾ ਲੋਹਾ ਵੀ ਸੋਨਾ ਹੋ ਜਾਂਦਾ ਹੈ, ਤਿਉ ਪਤਿਤ ਕਰਮੀ ਪਾਤਿਕ ਜਨ ਗੁਰੂ ਦੀਆਂ ਸੰਗਤਾਂ ਨੂੰ ਮਿਲ ਕੇ ਗੁਰਮਤ ਦੀ ਸਿੱਖਿਆ ਗ੍ਰਹਿਣ ਕਰਕੇ ਅਤੇ ਗੁਰਮਤ ਕਰਮ ਉੱਤੇ ਅਮਲ ਪੈਰਾ ਹੋ ਕੇ ਨਿਰੋਲ ਸ਼ੁੱਧ 12 ਵੰਨੀ ਦੇ ਸੋਨੇ ਵਾਂਗੂ ਸ਼ੁੱਧ ਅਤੇ ਖਾਲਸ ਹੋ ਜਾਂਦਾ ਹੈ। ਉਸ ਦੇ ਪਾਪ ਕਰਮਾਂ ਦੀ ਸਾਰੀ ਮੈਲ ਕੱਟੀ ਜਾਂਦੀ ਹੈ। ਜਿਵੇਂ ਕਾਠ ਨਾਲ ਰਲ ਕੇ ਲੋਹਾ ਨਿਰਸੰਦੇਹ ਤਰ ਜਾਂਦਾ ਹੈ, ਤਿਵੇਂ ਪਾਪ ਕਰਮਾਂ ਕਰਕੇ ਪਾਪੀ ਭਏ ਪਾਪਿਸ਼ਟ ਨਰ ਗੁਰੂ ਘਰ ਦੇ ਗੁਰਮੁਖ ਸਾਧ ਜਨਾਂ, ਗੁਰੂ ਸਤਿਗੁਰੂ ਦੇ ਘਰ ਦੇ ਗੁਰਮੁਖ ਸਾਧਾਂ ਦੀਆਂ ਸੰਗਤਾਂ ਨਾਲ ਰਲ ਕੇ ਤਰ ਜਾਂਦੇ ਹਨ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਇਹਨਾਂ ਚੌਹਾਂ ਵਰਨਾਂ ਵਿੱਚੋਂ ਭਾਵੇਂ ਕੋਈ ਕਿਸੇ ਵਰਨ ਦਾ ਵੀ ਪੁਰਸ਼ ਜਾਂ ਇਸਤਰੀ ਹੋਵੇ, ਅਤੇ ਗ੍ਰਸਤ, ਬ੍ਰਹਮਚਰਯ, ਬਾਨਪ੍ਰਸਤ, ਸੰਨਿਆਸ, ਇਹਨਾਂ ਚੌਹਾਂ ਆਸ਼ਰਮਾਂ ਵਾਲਿਆਂ ਵਿੱਚੋਂ ਭਾਵੇਂ ਕੋਈ ਮਿਲੇ ਗੁਰੂ ਸੱਚੇ ਗੁਰੂ ਗੁਰੂ ਨਾਨਕ ਸਾਹਿਬ ਨੂੰ ਅਤੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਗੁਰਸੰਗਤਾਂ ਨੂੰ, ਸੋ ਆਪ ਵੀ ਤਰ ਜਾਂਦਾ ਹੈ ਅਤੇ ਉਸ ਦੀਆਂ ਸਾਰੀਆਂ ਕੁੱਲਾਂ ਵੀ ਤਰ ਜਾਂਦੀਆਂ ਹਨ, ਚਾਹੇ ਕਿੰਨੀਆਂ ਹੀ ਪਾਪ ਕਰਮ ਕਰਨੀਆਂ ਹੋਣ। ਇਹ ਸਾਰਾ ਪ੍ਰਤਾਪ ਗੁਰਮੰਤਰ ਗੁਰ ਸ਼ਬਦ ਦਾ ਹੈ, ਜਿਸ ਦੀਆਂ ਕਮਾਈਆਂ ਕਰਕੇ ਪਾਪ ਕਮਾਤੇ ਅਗਲੇ ਪਿਛਲੇ ਸਾਰੇ ਕਰਮ ਹੀ ਕੱਟੇ ਜਾਂਦੇ ਹਨ, ਰਿਜ਼ਮ ਵੀ ਬਾਕੀ ਨਹੀਂ ਰਹਿੰਦੀ। ਐਸਾ ਹੈ ਪਾਰਸ ਰੂਪ ਗੁਰ ਸ਼ਬਦ ਤੇ ਐਸੀ ਹੈ ਪਾਰਸ ਰੂਪ ਕਮਾਈ ਗੁਰ ਸ਼ਬਦ ਦੀ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਰਾਮਾਨੰਦ ਜੀ, ਘਰ ਪਹਿਲਾ। ਸਤਿਗੁਰ ਸੱਚੇ ਪਾਤਸ਼ਾਹ ਦੇ ਜਿਤਨੇ ਵੀ ਬਲਿਹਾਰਨੇ ਜਾ ਸਕੀਏ ਤਿਤਨਾ ਹੀ ਥੋੜਾ ਹੈ, ਕਿਉਂਕਿ ਸਤਿਗੁਰ ਦੇ ਪ੍ਰਤਾਪ ਨਾਲ ਸਤਿਗੁਰ ਦੇ ਦੀਖਿਅਤ ਸ਼ਬਦ ਗੁਰ ਮੰਤਰ ਨੇ ਸਾਰੇ ਵਿਆਕੁਲਤਾ ਵਾਲੇ ਭਰਮ ਕੱਟ ਦਿੱਤੇ। ਗੁਰ ਕਾ ਸ਼ਬਦ ਸਾਰੇ ਹੀ ਕਿਲਵਿਖ ਭਰਮਾਂ ਨੂੰ ਕੱਟਣ ਲਈ ਸਮਰੱਥ ਹੈ। ਹਰੀ ਪਰਮਾਤਮ ਰੂਪ ਸੁਆਮੀ ਬ੍ਰਹਮ ਸਾਰੇ ਹੀ ਵਿਆਪਕ ਹੈ। ਗੁਰੂ ਵਰੁ ਸਾਇਆ ਭਗਤ ਰਾਮਾਨੰਦ ਪਾਰ ਬ੍ਰਹਮ ਦਾ ਸਾਖੀ ਰੂਪ ਹੋ ਕੇ ਸਾਖਾ ਭਰਦਾ ਹੈ ਕਿ ਗੁਰੂ ਕਾ ਸ਼ਬਦ ਗੁਰ ਮੰਤਰ ਕੋਟ ਕਰਮਾਂ ਨੂੰ ਕੱਟਣ ਲਈ ਸਮਰੱਥ ਹੈ, ਪ੍ਰਤੱਖ ਕੱਟ ਦਿੰਦਾ ਹੈ। ਕੋਟ ਕਰਮਾਂ ਨੂੰ ਕੱਟਦਾ ਹੋਇਆ ਗੁਰ ਸ਼ਬਦ ਅਜ਼ਮਾਇਆ ਹੋਇਆ ਹੈ, ਇਸ ਵਿੱਚ ਰੰਚਕ ਸੰਦੇਹ ਨਹੀਂ। ਕੋਟ ਕਰਮ ਕਰ ਦੇਹ ਨ ਸੋਧਾ, ਸਾਧ ਸੰਗਤ ਮਹਿ ਮਨ ਪਰ ਬੋਧਾ। ਕਾਨੜਾ ਮਹਲਾ ਪੰਜਵਾਂ। ਭਾਵ ਕਰੋੜਾਂ ਕਰਮਾਂ ਦੇ ਕਰਨ ਕਰ ਮਨੁੱਖਾ ਦੇਹੀ ਦਾ ਸੁੱਧ ਹੋਣਾ ਅਤੇ ਸੋਧਿਆ ਜਾਣਾ ਅਸੰਭਵ ਹੈ। ਗੁਰੂ ਘਰ ਦੀ ਸਾਧ ਸੰਗਤ ਦੇ ਤੁਫੈਲ ਹੀ ਮਨ ਪ੍ਰਬੁੱਧਿਆ ਜਾ ਕੇ ਸੁੱਧ ਹੋ ਜਾਂਦਾ ਹੈ। ਗੁਰਮਤਿ ਨਾਮ ਦੀ ਇੱਕ ਕਣੀ ਕੋਟਾਨ ਕੋਟ ਕਰਮਾਂ ਤੋਂ ਵੀ ਅਧਿਕ ਸੁਭਰ ਗੁਣਾ ਵਾਲੀ ਹੈ। ਕੋਟਾਂ ਪਾਪਾਂ ਦੇ ਕੱਟਣ ਨੂੰ,
ਕੋਟਾਨ ਕੋਟ ਕਰਮਾਂ ਦੀ ਰੇਖਾ ਦੇ ਕੱਟਣ ਨੂੰ ਐਸਾ ਗੁਰ ਕਾ ਸ਼ਬਦ ਹੈ। ਕਾਨੜਾ ਮਹੱਲਾ ਪੰਜਵਾਂ। ਹਰ ਕੇ ਚਰਨ ਹਿਰਦੈ ਗਾਏ, ਸੀਤਲਾ ਸੁਖ ਸ਼ਾਂਤ ਮੂਰਤ, ਸਿਮਰ ਸਿਮਰ ਨਿਤ ਧਿਆਏ। ਰਹਾਓ। ਸਗਲ ਆਸ ਹੋਤ ਪੂਰਨ, ਕੋਟ ਜਨਮ ਦੁਖ ਜਾਏ। ਪੁੰਨ ਦਾਨ ਅਨੇਕ ਕਿਰਿਆ, ਸਾਧੂ ਸੰਗ ਸਮਾਏ। ਤਾਪ ਸੰਤਾਪ ਮਿਟੇ ਨਾਨਕ, ਬਾਹੁੜ ਕਾਲ ਨਾ ਖਾਏ। ਜੋਤ ਦੀ ਝਲਕ। ਵਿਆਖਿਆ। ਗੁਰ ਸ਼ਬਦ ਅਭਿਆਸ ਵਿਖੇ ਲਿਵਲੀਨ ਹੋ ਕੇ ਜਦੋਂ ਹਿਰਦੇ ਅੰਦਰ ਜੋਤ ਕਿਰਨ ਪ੍ਰਕਾਸ਼ਿਤ ਹੁੰਦੀ ਹੈ, ਉਹ ਵਾਹਿਗੁਰੂ ਜੋਤੀਸ਼ਰ ਦੇ ਚਰਨਾਂ ਦੀ ਝਲਕ ਹੁੰਦੀ ਹੈ। ਇਸ ਝਲਕ ਦੇ ਝਿਲਮਿਲੀ ਦੀਦਾਰ ਨਾਲ ਮਸਤ ਝੱਲੇ ਹੋ ਕੇ ਜਦੋਂ ਹਰ ਗੁਣ ਗਾਈਦੇ ਹਨ, ਉਦੋਂ ਵਾਹਿਗੁਰੂ ਦੇ ਝਿਲਮਿਲੀ ਚਰਨਾਂ ਦੀ ਮਹਿਮਾ ਹੀ ਗਾਈਦੀ ਹੈ। ਇਹ ਹਿਰਦੰਤਰੀ ਜੋਤ ਝਲਕ ਅਤਿਅੰਤ ਹੀ ਮਿੱਠੀ ਸੀਤਲਤਾ ਵਾਲੀ ਹੁੰਦੀ ਹੈ, ਜਿਸ ਦੀ ਮਿਠਾਸ ਵਿੱਚ ਮਹਿਵ ਹੋ ਕੇ ਮੇਰੇ ਆਨੰਦੀ ਵਾਹਿਗੁਰੂ ਦੀ ਮਹਾ ਆਨੰਦਮਈ ਸ਼ਾਂਤ ਤੇਜਸਵੀ ਮੂਰਤੀ ਨਾਮ ਸਿਮਰਨ ਹਾਰੇ ਦੇ ਹਰ ਛਿਨ ਸਨਮੁਖ ਰਹਿੰਦੀ ਹੈ। ਇਸ ਸੁਖ ਸ਼ਾਂਤ ਮੂਰਤ ਨੂੰ ਸਨਮੁਖ ਰੱਖਦਿਆਂ ਹੋਇਆਂ ਧਿਆਨੀ ਦਾ ਧਿਆਨ ਹੋਰ ਵੀ ਅਰੂੜ ਹੋ ਕੇ ਜੁੜਦਾ ਹੈ। ਇਸ ਧਿਆਨ ਸਿਮਰਨ ਮੱਧੇ ਸੁੱਤੇ ਸਿੱਧ ਹੀ ਸਫੁਰਨ ਹੋਈਆਂ ਅਭਿਆਸੀ ਜਨ ਦੀਆਂ ਆਸਾਂ ਸਾਰੀਆਂ ਪੂਰਨ ਹੋ ਜਾਂਦੀਆਂ ਹਨ ਅਤੇ ਐਸੇ ਸ਼ਬਦ ਅਭਿਆਸ ਦੇ ਪ੍ਰਤਾਪ ਨਾਲ ਕੋਟ ਜਨਮਾਂ ਦੇ ਕਰਮਾਂ ਦੇ ਗੇੜ ਵਾਲਾ ਆਵਾਗਵਨੀ ਦੁੱਖ ਦੂਰ ਕਾਫੂਰ ਹੋ ਜਾਂਦਾ ਹੈ। ਪੁੰਨ ਦਾਨ ਆਦਿਕ ਅਨੇਕ ਆਨਮਤ ਕਿਰਿਆ ਵਾਲੇ ਕਰਮ, ਗੁਰੂ ਘਰ ਦੀ ਹਰ ਗੁਣ ਗਾਵਣੀ, ਗੁਰ ਸ਼ਬਦ ਧਿਆਵਣੀ ਸਾਧ ਸੰਗਤ ਦੇ ਪ੍ਰਭਾਵ ਕਰ ਵਿੱਚੇ ਹੀ ਸਮੇਟੇ ਜਾਂਦੇ ਹਨ, ਕੱਟੇ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੀ ਸਿੱਖਿਆ, ਗੁਰ ਸ਼ਬਦ ਦੀਖਿਆ ਦਾ ਸਦਕਾ ਤਾਪ ਸੰਤਾਪ ਸਗਲੇ ਹੀ ਮਿਟ ਜਾਂਦੇ ਹਨ। ਫੇਰ ਮੁੜ ਕੇ ਗੁਰ ਸ਼ਬਦ ਅਭਿਆਸ ਕਰਮੀ ਨੂੰ ਕਾਲ ਨਹੀਂ ਖਾਂਦਾ, ਉਸ ਦੇ ਪਿੱਛੇ ਕਮਾਤੇ ਕੋਟ ਕਰਮ ਵੀ ਕੱਟੇ ਜਾਂਦੇ ਹਨ ਗੁਰ ਸ਼ਬਦ ਦੇ ਪ੍ਰਤਾਪ ਕਰਕੇ। ਕਾਨੜਾ ਮਹੱਲਾ ਪੰਜਵਾਂ। ਪੇਖ ਪੇਖ ਬਿਗ ਸਾਉ ਸਾਜਨ, ਪ੍ਰਭ ਆਪਨਾ ਇਕਾਂਤ। ਰਹਾਓ। ਆਨੰਦਾ ਸੁਖ ਸਹਿਜ ਮੂਰਤ, ਤਿਸ ਆਨ ਨਾਹੀ ਭਾਂਤ। ਸਿਮਰਤ ਇਕ ਬਾਰ ਹਰ ਹਰ, ਮਿਟ ਕੋਟ ਕਸਮਲ ਜਾਂਤ। ਗੁਣ ਰਮੰਤ ਦੁਖ ਨਾਸੈ, ਰਿਦ ਭਯੰਤ ਸ਼ਾਂਤ। ਅੰਮ੍ਰਿਤਾ ਰਸ ਪੀਓ ਰਸਨਾ, ਨਾਨਕ ਹਰ ਰੰਗ ਰਾਤ। ਅਕਾਲ ਪੁਰਖ ਦੀ ਮੂਰਤੀ। ਵਿਆਖਿਆ। ਦਰਸ ਵਿਗਾਸੀ ਜੋਤ ਪੁਲਾੜ ਦਾ ਉਗਾੜ ਹੋਣ ਪਰ ਇਸ ਦਰਸ ਵਿਗਾਸ ਦੇ ਨਜ਼ਾਰੇ ਦੇ ਵਿੱਚ ਸਾਜਨ ਸੁਖ ਪ੍ਰੀਤਮ ਦਾ ਪ੍ਰਤੱਖ ਸਨਮੁਖ ਦੀਦਾਰਾ ਹੁੰਦਾ ਹੈ। ਸਾਜਨ ਦੇ ਇਸ ਦੀਦਾਰੇ ਨੂੰ ਪੇਖ ਪੇਖ ਦੇਖ ਦੇਖ ਕੇ ਮੁਸ਼ਤਾਕ ਦੀਦਾਰੂਆ ਵਿਗਸ ਵਿਗਸ ਕੇ ਅੰਦਰੇ ਅੰਦਰ ਬਿਸਮਾਤ ਦਰਸ਼ਨ ਨੂੰ ਜਰ ਜਰ ਕੇ ਮਹਾ ਆਨੰਦਿਤ ਹੁੰਦਾ ਹੋਇਆ ਮੁਸਕਰਾਉਂਦਾ ਹੈ, ਮੁਸਕੜੀਏ ਹੱਸਦਾ ਹੈ, ਕਿਸੇ ਨੂੰ ਲਖਾਉਂਦਾ ਨਹੀਂ। ਇਹ ਪ੍ਰਭ ਪ੍ਰੀਤਮ ਸੰਗ ਕੇਲ ਕਰਨ ਵਾਲੀ ਨਿਰੋਲ ਇਕਾਂਤ ਵਿਵਸਥਾ ਹੁੰਦੀ ਹੈ ਜੋ ਵਿਰਲੇ ਵਾਂਝਿਆਂ ਗੁਰਮੁਖਾਂ ਤੇ ਹੀ ਵਾਪਰਦੀ ਹੈ ਅਤੇ ਇਸ ਨੂੰ ਸੋਈ ਜਾਣਦੇ ਹਨ ਜਿਨ੍ਹਾਂ ਨੇ ਇਹ ਰੰਗ ਮਾਣਿਆ ਹੈ। ਇਹ ਕਰੈ ਆਨੰਦ ਆਨੰਦੀ ਮੇਰਾ ਵਾਲੀ ਆਤ ਸੁਖ ਸਹਿਜਨੀ ਆਤਮ ਵਿਵਸਥਾ ਹੁੰਦੀ ਹੈ, ਜਿਸ ਵਿੱਚ ਪਰਮ ਆਨੰਦੀ ਸੁਖ ਸਹਿਜਨੀ ਮੂਰਤੀ ਵਾਲੇ ਅਕਾਲ ਮੂਰਤ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਸਾਂਗੋ ਪਾਂਗ ਸਨਮੁਖੀ ਦੀਦਾਰੇ ਹਰਦਮ ਹੁੰਦੇ ਰਹਿੰਦੇ ਹਨ। ਚੇਤੇ ਰਹੇ ਕਿ ਵਾਹਿਗੁਰੂ ਨਿਰੰਕਾਰ ਦੀ ਆਕਾਰ ਰਹਿਤ ਮੂਰਤੀ ਹੈ। ਮੂਰਤ ਤਾਂ ਉਸਦੀ ਹੈ ਪਰ ਕਾਲ ਚੱਕਰ ਚਿਹਨੀ ਮੂਰਤੀ ਨਹੀਂ। ਕਾਲ ਰਹਿਤ ਆਕਾਰ ਰਹਿਤ ਜੋਤ ਤੇਜ ਮੁਜਸਮੀ ਅਕਾਲ ਮੂਰਤੀ ਹੈ, ਜਿਸ ਨੂੰ ਪੇਖ ਕੇ ਪੇਖਣ ਹਾਰੇ ਪ੍ਰੇਮੀ ਮੁਸ਼ਤਾਕੜੇ ਉੱਪਰ ਨਿਰੀ ਬਿਸਮਾਤਾ ਹੀ ਬਿਸਮਾਤਾ ਛਾਈ ਰਹਿੰਦੀ ਹੈ। ਇਸ ਬਿਸਮਾਤ ਸਰੂਪ ਅਲੌਕਿਕ ਵਜੂਦ ਮੁਜੱਸਮ ਸੁਹੱਪਣ ਸਮਾਨ ਸਦਰਸ ਹੋਰ ਕੋਈ ਵਜੂਦ ਨਹੀਂ। ਇਸ ਭਾਂਤ ਆਨ ਕੋਈ ਦਰਸ਼ਨ ਨਹੀਂ। ਇਸ ਦੇ ਤੁਲ ਹੋਰ ਕੋਈ ਦਰਸ਼ਨੀ ਮੂਰਤ ਨਹੀਂ। ਇਸ ਅਲੌਕਿਕ ਅਤੁਲਤਾ ਕ੍ਰਾਂਤੀ ਦਰਸ਼ਨ ਨੂੰ ਪੇਖ ਪੇਖ ਸਿਮਰਨ ਦੀ ਇੱਕ ਅਦਭੁਤ ਲਹਿਰ ਛਿੜ ਪੈਂਦੀ ਹੈ। ਸਨਮੁਖੀ ਦਰਸ਼ਨਾਂ ਦਾ ਕੌਤਕ ਬਿਸਮਾਤ ਜਨਕ ਅਹਿਲਾਦ ਦਾ ਲਖਾਇਕ ਹੈ। ਇਹ ਬਿਸਮ ਬਿਨੋਦੀ ਸਨਮੁਖਤਾ ਵਾਲੇ ਦਰਸ਼ਨ ਮਿਕਨਾਤੀਸੀ ਰੌ ਸਿਮਰਨ ਦੀ ਛੇੜ ਦਿੰਦੇ ਹਨ। ਇਸ ਦਰਸ਼ਨ ਸਮਾਏ ਦਰਸ਼ਨ ਬਿਸਮਾਏ ਸਿਮਰਤ ਦੀ ਅਵਸਥਾ ਪ੍ਰਾਪਤ ਹੋਣ ਪਰ ਸਧਾਰਨ ਸ਼ਰਧਾ ਸੰਧੂਰਤੀ ਸਿਮਰਨ ਇੱਕ ਵਾਰ ਕਰਨ ਕਰ ਮਿਟ ਕੋਟ ਕਸਮਲ ਜਾਂਤ ਵਾਲਾ
ਪ੍ਰਤੱਖ ਵਰਤਾਰਾ ਵਰਤ ਜਾਂਦਾ ਹੈ। ਕੋਟ ਕਰੂਰ ਕਰਮੀ ਬੱਜਰ ਪਾਪ ਮਿਟ ਜਾਂਦੇ ਹਨ। ਸਿਮਰਤ ਇੱਕ ਬਾਰ ਹਰ ਹਰ ਮਿਟ ਕੋਟ ਕਸੰਮਲ ਜਾਂਤ। ਇਸ ਗੁਰਵਾਕ ਪੰਕਤੀ ਤੋਂ ਸਾਫ਼ ਸਿੱਧ ਹੈ ਕਿ ਗੁਰ ਸ਼ਬਦ ਦਾ ਇੱਕ ਵਾਰੀ ਸਿਮਰਨ ਕੀਤਾ ਕਰੋੜਾਂ ਪਾਪਾਂ ਅਤੇ ਕਰੋੜਾਂ ਪਾਪ ਕਰਮਾਂ ਨੂੰ ਦਗਦ ਕਰਨ ਲਈ ਸਮਰੱਥ ਹੈ। ਜੈਸੇ ਕਿ ਲੱਖਾਂ ਕਰੋੜਾਂ ਮਣਾ ਲੱਕੜੀਆਂ ਦੇ ਢੇਰ ਨੂੰ ਬੈਸੰਤਰ ਦੀ ਇੱਕੋ ਚਿੰਗਾੜੀ ਸਾੜ ਸਿੱਟਦੀ ਹੈ, ਇਸੇ ਤਰ੍ਹਾਂ ਇੱਕ ਵਾਰ ਗੁਰਮਤਿ ਨਾਮ ਦਾ ਜਾਪ ਕੀਤਾ ਕਰੋੜਾਂ ਹੀ ਕਸੰਮਲ ਪਾਪਾਂ ਕੁਕਰਮਾਂ ਸੰਤਾਪਾਂ ਨੂੰ ਦਗਦ ਕਰਨ ਲਈ ਸਮਰੱਥ ਹੈ। ਵਾਹਿਗੁਰੂ ਦੇ ਗੁਣਾਂ ਨੂੰ ਰਮਣ ਕੀਤਿਆਂ, ਵਾਹਿਗੁਰੂ ਗੁਣਾਂ ਨੂੰ ਗਾਵਿਆਂ ਰਾਵਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਅਤੇ ਦੁੱਖਾਂ ਕਲੇਸ਼ਾਂ ਤੋਂ ਤਪੇ ਹੋਏ ਹਿਰਦੇ ਸ਼ਾਂਤ, ਸੀਤਲ, ਠੰਡੇ ਹੋ ਜਾਂਦੇ ਹਨ। ਅੰਮ੍ਰਿਤ ਬਾਣੀ ਰੂਪੀ ਅੰਮ੍ਰਿਤ ਗੁਣ ਗਾਉਣ ਕਰਕੇ ਰਸਨਾ ਅੰਮ੍ਰਿਤ ਦੇ ਗਟਾਕ ਰਸ ਪੀਂਦੀ ਹੈ ਅਤੇ ਵਾਹਿਗੁਰੂ ਦੇ ਰੰਗਾਂ ਵਿੱਚ ਹੀ ਰੰਗੀ ਜਾਂਦੀ ਹੈ। ਗੁਣ ਗਾਉਣ ਵਾਲਾ ਵੀ ਅੰਮ੍ਰਿਤ ਦੇ ਗਟਾਕ ਹੀ ਪੀਂਦਾ ਹੈ ਅਤੇ ਰਸ ਜੋਤ ਰੰਗਾਂ ਦੇ ਰੰਗਾਂ ਵਿੱਚ ਰੰਗੀਜਿਆ ਜਾਂਦਾ ਹੈ। ਪੌੜੀ ਇੱਛਾ ਮਨ ਕੀ ਪੂਰੀਐ ਜਪਿਐ ਸੁਖ ਸਾਗਰ ਹਰ ਕੇ ਚਰਨ ਅਰਾਧੀਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਫਾਟੈ ਜਮ ਕਾਗਰ ਜਨਮ ਪਦਾਰਥ ਜੀਤੀਐ ਜਪ ਹਰ ਬੈ ਰਾਗਰ ਸਭ ਪਵੋ ਸ਼ਰਨ ਸਤ ਗੁਰੂ ਕੀ ਬਿਨ ਸਹਿ ਦੁਖ ਦਾਗਰ। ਕਾਨੜੇ ਕੀ ਵਾਰ ਮਹਲਾ ਚੌਥਾ। ਵਿਆਖਿਆ। ਸੁੱਖਾਂ ਦੇ ਸਾਗਰ ਵਾਹਿਗੁਰੂ ਦਾ ਜਾਪ ਜਪੀਐ ਅਤੇ ਮਨ ਦੀਆਂ ਸਰਬ ਇੱਛਾਵਾਂ ਪੂਰਨ ਕਰੀਏ। ਵਾਹਿਗੁਰੂ ਆਪ ਸੁੱਖਾਂ ਦਾ ਸਾਗਰ ਹੈ। ਵਾਹਿਗੁਰੂ ਨਾਮ ਦਾ ਜਾਪ ਹੀ ਸਰਬ ਸੁਖਦਾਇਕ ਹੈ। ਇਸ ਨੂੰ ਜਪਿਆਂ ਸੁਤੇ ਸੁਭਾਵ ਹੀ ਮਨ ਦੀਆਂ ਮੱਧਮ ਤੋਂ ਮੱਧਮ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਗੁਰ ਕੇ ਸ਼ਬਦ ਗੁਰ ਮੰਤਰ ਦੇ ਅਭਿਆਸ ਦੁਆਰਾ ਅਭਿਆਸ ਕਰਦਿਆਂ ਕਰਦਿਆਂ ਜਦੋਂ ਜੋਤ ਪ੍ਰਕਾਸ਼ੀ ਕਿਰਨ ਰਿੱਧ ਅੰਤਰ ਆਏ ਵਿਗਸਦੀ ਹੈ, ਤਦੋਂ ਉਹੀ ਨਾਮ ਹੀਰਾ ਰਤਨ ਹੋ ਕੇ ਅੰਤਰਾਤਮੇ ਪਸਰਜਤ ਹੋ ਜਾਂਦਾ ਹੈ। ਇਹ ਵਾਹਿਗੁਰੂ ਦੇ ਚਰਨਾਂ ਦਾ ਪਹਿਲਾ ਲਿਸ਼ਕਾਰਾ ਜੋਤ ਰਤਨਾਗਰੀ ਚਮਤਕਾਰਾ ਹੁੰਦਾ ਹੈ। ਉਸ ਸਮੇਂ ਅਭਿਆਸ ਅਤ ਅਪਾਰ ਰਸ ਰੰਗਾਂ ਵਿੱਚ ਹੁੰਦਾ ਦਸੰਦਾ ਹੈ। ਨਿਰਯਤਨ ਆ ਮੁਹਾਰਾ ਹੀ ਹੋਈ ਜਾਂਦਾ ਹੈ। ਇਹ ਰਤਨਾਂ ਦੀ ਖਾਣ ਵਾਹਿਗੁਰੂ ਚਰਨਾਰ ਬਿੰਦ ਦਾ ਅਰਾਧਨ ਹੈ। ਗੁਰ ਸਾਧ ਸੰਗਤ ਵਿੱਚ ਵਾਸਾ ਹੋਣ ਦਾ ਇਹ ਉੱਚ ਮਨੋਰਥੀ ਸਵਾਬ ਹੈ ਜੋ ਤਤ ਉਧਾਰ ਦਾ ਸੁਗਮ ਸਾਰ ਵਸੀਲਾ ਹੈ। ਇਸ ਸੁਗਮ ਸਾਰ ਉਧਾਰ ਹੋਣ ਪਰ ਸੁਤੇ ਹੀ ਸਾਰੇ ਕਮਾਤੇ ਕਰਮਾਂ ਦੇ ਲੇਖੇ ਮੁੱਕ ਜਾਂਦੇ ਹਨ ਅਤੇ ਜਮ ਰਾਜੇ ਦੇ ਦਫ਼ਤਰ ਦੇ ਲੇਖੇ ਵਾਲੇ ਕਾਗਜ਼ ਸਭ ਫਟ ਜਾਂਦੇ, ਫਾੜੇ ਜਾਂਦੇ ਹਨ। ਕਾਈ ਰਿਜ਼ਮ ਵੀ ਬਾਕੀ ਨਹੀਂ ਰਹਿੰਦੀ। ਕੋਟ ਪਾਪ ਭਸਮ ਹੋ ਜਾਂਦੇ ਹਨ। ਇੱਛਾ ਰਹਿਤ ਵਾਹਿਗੁਰੂ ਬੈਰਾਗਰ ਨੂੰ ਜਪਿਆਂ ਇੱਛਾ ਰਹਿਤ ਹੋ ਜਾਈਦਾ ਹੈ। ਪਰ ਸੁਤੇ ਸਫੁਰਤ ਇੱਛਾਵਾਂ ਸੁਤੇ ਸਿੱਧ ਹੀ ਪੂਰੀਆਂ ਹੋ ਜਾਂਦੀਆਂ ਹਨ। ਉਂਝ ਸੰਕਲਪ ਕਰਕੇ ਨਿਰਾ ਹੀ ਨਿਰ ਇੱਛਤ ਹੋ ਜਾਈਦਾ ਹੈ। ਇਹ ਜਨਮ ਪਦਾਰਥ ਜਿੱਤਿਆ ਜਾਂਦਾ ਹੈ। ਮਨੁੱਖਾ ਜਨਮ ਜੋ ਰਤਨ ਪਦਾਰਥ ਹੈ ਸਫਲਾ ਹੋ ਜਾਂਦਾ ਹੈ। ਇਹ ਸਭ ਸਤਿਗੁਰੂ ਦੀ ਸ਼ਰਨਾਗਤ ਆਉਣ ਦਾ ਸਦਕਾ ਹੈ। ਤਾਂ ਤੇ ਸਾਰਿਆਂ ਨੂੰ ਪ੍ਰਾਣੀ ਮਾਤਰ ਨੂੰ ਸਤਿਗੁਰੂ ਦੀ ਸ਼ਰਨੀ ਪੈ ਕੇ ਸਤਿਗੁਰੂ ਦਾ ਸਚਿਆਰ ਸਿੱਖ ਬਣਨਾ ਚਾਹੀਦਾ ਹੈ। ਜਨਮ ਜਨਮਾਂਤਰਾਂ ਦੇ ਦੁੱਖ ਦਲਿਦਰਾਂ ਦੇ ਦਾਗ ਕਲੰਕ ਮਿਟ ਜਾਂਦੇ ਹਨ। 8 ਪਹਿਰ ਸਿਮਰੋ ਪ੍ਰਭ ਨਾਮ ਅਨਿਕ ਤੀਰਥ ਮੱਜਨ ਇਸ਼ਨਾਨ ਪਾਰ ਬ੍ਰਹਮ ਕੀ ਸ਼ਰਣੀ ਪਾਹੇ ਕੋਟ ਕਲੰਕ ਖਿਨ ਮਹਿ ਮਿਟ ਜਾਹੇ। ਗੌੜੀ ਗਵਾਰੇਰੀ ਮਹਲਾ ਪੰਜਵਾਂ। ਭਾਵ ਵਾਹਿਗੁਰੂ ਨਾਮ 8 ਹੀ ਪਹਿਰ ਸਿਮਰਿਆਂ ਅਨੇਕਾਂ ਹੀ ਤੀਰਥਾਂ ਦਾ 8 ਪਹਿਰੀ ਮੱਜਨ ਇਸ਼ਨਾਨ ਹੁੰਦਾ ਰਹਿੰਦਾ ਹੈ। ਪਾਰ ਬ੍ਰਹਮ ਪਰਮੇਸ਼ਰ ਦੀ ਚਰਨ ਸ਼ਰਨ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਨਾਮ ਜਪਿਆਂ ਜਿਸ ਜਾਪ ਸਿਮਰਨ ਦੇ ਪ੍ਰਤਾਪ ਕਰ ਪਾਪ ਕਰਮਾਂ ਦੇ ਕੀਤੇ ਹੋਏ ਕਰੋੜਾਂ ਕਲੰਕ ਇੱਕ ਛਿਨ ਮਾਤਰ ਵਿੱਚ ਮਿਟ ਜਾਂਦੇ ਹਨ। ਕੋਟ ਪਾਪ ਕਰਮ ਕੀਤੇ ਭਸਮ ਹੋ ਜਾਂਦੇ ਹਨ। ਨਿਰਮਲ ਉਦਕ ਗੋਵਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ। ਗੌੜੀ ਮਹਲਾ ਪੰਜਵਾਂ। ਭਾਵ ਵਾਹਿਗੁਰੂ ਦਾ ਨਾਮ ਐਸਾ ਨਿਰਮਲ ਜਲ ਹੈ ਜਿਸ ਦੇ ਸਿਮਰਨ ਰੂਪੀ ਮੱਜਨ ਇਸ਼ਨਾਨ ਕੀਤਿਆਂ ਸਭੋ ਮਨੋਰਥ ਪੂਰੇ ਹੁੰਦੇ ਹਨ। ਗੁਰੂ ਘਰ ਦੀ ਸਾਧ ਸੰਗਤ ਵਿੱਚ ਮਿਲ ਕੇ ਹਰ ਜਸ ਕੀਤਿਆਂ
ਅਤੇ ਵਾਹਿਗੁਰੂ ਨਾਮ ਲੀਤਿਆਂ ਕੋਟਾਨ ਕੋਟ ਜਨਮਾਂ ਦੇ ਕੀਤੇ ਪਾਪ ਕਰਮ ਕੋਟਾਨ ਕੋਟ ਬੱਜਰ ਪਾਪ ਕੱਟੇ ਜਾਂਦੇ ਹਨ। ਐਸਾ ਹੈ ਗੁਰਮਤਿ ਨਾਮ, ਗੁਰੂ ਕਾ ਸ਼ਬਦ, ਜਿਸ ਦੇ ਜਾਪ ਕਰਨ ਕਰ ਕੋਟ ਪਾਪ ਕੱਟੇ ਜਾਂਦੇ ਹਨ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲਹਿ ਜਾਈ। ਰਹਾਓ। ਗੌੜੀ ਮਹਲਾ ਪੰਜਵਾਂ। ਵਾਹਿਗੁਰੂ ਸਿਮਰਨ ਦਾ ਐਸਾ ਪ੍ਰਤਾਪ ਹੈ ਕਿ ਕੋਟਾਨ ਕੋਟ ਜਨਮਾਂ ਦੇ ਪਾਪ ਕਰਮਾਂ ਦੀ ਮੈਲ ਇੱਕ ਛਿੰਦ ਦੇ ਸਿਮਰਨ ਮਾਤਰ ਨਾਲ ਲਹਿ ਜਾਂਦੀ ਹੈ। ਜੀਵਨ ਕਾ ਦਾਤਾ ਪੂਰਨ ਸਭ ਠਾਏ, ਕੋਟ ਕਲੇਸ਼ ਮਿਟੈ ਹਰ ਨਾਏ। ਜਨਮ ਮਰਨ ਸਗਲਾ ਦੁਖ ਨਾਸੈ, ਗੁਰਮੁਖ ਜਾਕੈ ਮਨ ਤਨ ਬਾਸੈ। ਧਨਾਸਰੀ ਮਹਲਾ ਪੰਜਵਾਂ। ਸਗਲ ਜੀਆਂ ਜਨਤਾਂ ਦਾ ਪ੍ਰਤਪਾਲਕ ਰਾਜ਼ਕ ਦਾਤਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ, ਜਿਸ ਦਾ ਨਾਮ ਜਪਣ ਨਾਲ ਕੋਟ ਕਲੇਸ਼ ਮਿਟਦੇ ਹਨ, ਦੂਰ ਹੁੰਦੇ ਹਨ। ਆਵਾਗਮਨ ਜਨਮ ਮਰਨ ਦਾ ਸਾਰਾ ਹੀ ਦੁੱਖ ਦੂਰ ਹੋ ਜਾਂਦਾ ਹੈ, ਜਿਸ ਦੇ ਮਨ ਤਨ ਅੰਦਰ ਵਾਹਿਗੁਰੂ ਵਸ ਜਾਂਦਾ ਹੈ। ਜਪ ਮਨ ਰਾਮ ਨਾਮ ਨਿਸਤਾਰਾ, ਕੋਟ ਕੁਟੰਤਰ ਕੇ ਪਾਪ ਸਭ ਖੋਵੈ। ਹਰ ਭਵਜਲ ਪਾਰ ਉਤਾਰਾ। ਰਹਾਓ। ਬੈਰਾੜੀ ਮਹਲਾ ਚੌਥਾ। ਸਰਬੱਤਰ ਰਮ ਰਹੇ ਵਾਹਿਗੁਰੂ ਦਾ ਨਾਮ ਜਪਿਆਂ ਹੀ ਨਿਸਤਾਰਾ ਹੁੰਦਾ ਹੈ। ਐਸਾ ਨਿਸਤਾਰਾ ਕਿ ਕੋਟਾਨ ਕੋਟ ਪਾਪ ਕਰਮ ਕੀਤੇ ਸਭ ਦਗਦ ਹੋ ਜਾਂਦੇ ਹਨ, ਖੋਏ ਜਾਂਦੇ ਹਨ। ਐਸੇ ਖੋਏ ਜਾਂਦੇ ਹਨ ਕਿ ਉਹਨਾਂ ਦਾ ਮੁਸ਼ਕ ਨਹੀਂ ਰਹਿੰਦਾ ਅਤੇ ਇਸ ਭੈ ਸਾਗਰ ਸੰਸਾਰ ਤੋਂ ਸੁਖੈਨ ਹੀ ਪਾਰ ਹੋ ਜਾਈਦਾ ਹੈ। ਐਸਾ ਹੈ ਪ੍ਰਤਾਪ ਗੁਰਮਤਿ ਨਾਮ ਦਾ। ਮਨ ਮੇਰੇ ਹਰ ਕਾ ਨਾਮ ਅਤ ਮੀਠਾ, ਜਨਮ ਜਨਮ ਕੇ ਕਿਲਵਿਖ ਭਉ ਭੰਜਨ। ਗੁਰਮੁਖ ਏਕੋ ਡੀਠਾ। ਰਹਾਓ। ਕੋਟ ਕੁਟੰਤਰ ਕੇ ਪਾਪ ਬਿਨਾਸਨ, ਹਰ ਸਾਚਾ ਮਨ ਭਾਇਆ। ਹਰ ਬਿਨ ਅਵਰ ਨ ਸੂਝੈ ਦੂਜਾ, ਸਤਿਗੁਰ ਏਕ ਬੁਝਾਇਆ। ਸਾਰੰਗ ਮਹਲਾ ਤੀਜਾ। ਵਾਹਿਗੁਰੂ ਦਾ ਨਾਮ ਅਤਿਅੰਤ ਹੀ ਮੀਠਾ ਹੈ। ਜਨਮ ਜਨਮਾਂਤਰਾਂ ਦੇ ਪਾਪ ਕਰਮ ਨਾਸ ਕਰਨ ਵਾਲਾ ਅਤੇ ਕਿਲਵਿਖ ਪਾਪ ਦੂਰ ਕਰਨ ਹਾਰਾ। ਵਾਹਿਗੁਰੂ ਦਾ ਏਕੋ ਨਾਮ ਜਪਣ ਕਰ ਘਟ ਅੰਦਰ ਹੀ ਪ੍ਰਤੱਖ ਦੇਖ ਲਈਦਾ ਹੈ। ਕੋਟ ਕੁਟੰਤਰ ਪਾਪਾਂ ਨੂੰ ਬਿਨਾਸਨ ਹਾਰਾ। ਵਾਹਿਗੁਰੂ ਸਾਚਾ ਗੁਰਮਤਿ ਨਾਮ ਜਪਣ ਕਰ ਜਪਣ ਹਾਰਿਆਂ ਦੇ ਮਨ ਨੂੰ ਐਸਾ ਭਾਇਆ ਹੈ ਕਿ ਛੋੜ ਨਹੀਂ ਹੁੰਦਾ। ਨਾਮ ਅਤੇ ਨਾਮੀ ਵਾਹਿਗੁਰੂ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ। ਸਤਿਗੁਰੂ ਨੇ ਐਸੀ ਟੇਵ ਏਕੋ ਨਾਮ ਨਾਲ ਲਾਏ ਦਿੱਤੀ ਹੈ ਅਤੇ ਟੇਵ ਲਾਏ ਕੇ ਵਾਹਿਗੁਰੂ ਜੋਤ ਘਟ ਅੰਤਰ ਹੀ ਜਗਾਏ ਦਿੱਤੀ ਹੈ। ਜਿੱਥੇ ਕਿੱਥੇ ਵੀ ਦਿਸਦਾ ਬੁਝਦਾ ਹੈ, ਇੱਕੋ ਵਾਹਿਗੁਰੂ ਹੀ ਵਾਹਿਗੁਰੂ ਹੈ। ਜਗ ਜੀਵਨ ਧਿਆਏ ਮਨ ਹਰ ਸਿਮਰੀ, ਕੋਟ ਕੁਟੰਤਰ ਤੇਰੇ ਪਾਪ ਪਰ ਹਰੀ। ਭੈਰੋ ਮਹਲਾ ਚੌਥਾ। ਜਗ ਜੀਵਨ ਵਾਹਿਗੁਰੂ ਦਾ ਧਿਆਨ ਧਰ ਕੇ ਮਨ ਅੰਦਰ ਸਿਮਰਨ ਕੀਤਿਆਂ ਕਰੋੜਾਂ ਕਰੋੜ ਪਾਪ ਨਿਵਰਤ ਹੋ ਜਾਂਦੇ ਹਨ। ਕੋਈ ਪਾਪ ਕਰਮ ਨਹੀਂ ਰਹਿੰਦਾ। ਗੁਰ ਸ਼ਬਦੀ ਹਰ ਚੇਤ ਸੁਭਾਏ, ਰਾਮ ਨਾਮ ਰਸ ਰਹਿ ਅਗਾਏ। ਕੋਟ ਕੁਟੰਤਰ ਕੇ ਪਾਪ ਜਲ ਜਾਹੇ, ਜੀਵਤ ਮਰੈ ਹਰ ਨਾਮ ਸਮਾਹੇ। ਬਸੰਤ ਮਹਲਾ ਤੀਜਾ। ਭਾਵ ਗੁਰੂ ਦੇ ਸ਼ਬਦ ਗੁਰ ਦੀਖਿਤ ਗੁਰ ਮੰਤਰ ਦੁਆਰਾ ਗੁਰਮਤਿ ਨਾਮ ਨੂੰ ਸਹਿਜ ਸੁਭਾਏ ਰਟਨ ਤੇ ਚੇਤਨ ਦੀ ਟੇਵ ਪੈ ਜਾਂਦੀ ਹੈ। ਐਸੀ ਟੇਵ ਕਿ ਅੰਦਰ ਬਾਹਰ ਸਰਬੱਤਰ ਨਾਮ ਹੀ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਨਾਮ ਦੇ ਰਸ ਵਿੱਚ ਰੱਜਿਆ ਹੀ ਰਹਿੰਦਾ ਹੈ। ਇਸ ਰਾਮ ਰਸ ਦਸ਼ਾ ਵਿੱਚ ਨਾਮ ਜਪਿਆਂ ਕੋਟ ਕੁਟੰਤਰੀ ਜਨਮਾਂ ਦੇ ਪਾਪ ਕਰਮ ਕੀਤੇ ਜਲ ਕੇ ਭਸਮਾ ਭੂਤ ਹੋ ਜਾਂਦੇ ਹਨ ਅਤੇ ਨਾਮ ਰਸੀੜੇ ਗੁਰਮੁਖ ਜਨ ਐਸਾ ਰਸਕ ਜੋਤ ਜਲਵਨੀ ਨਾਮ ਜਪ ਜਪ ਕੇ ਜੀਵਨ ਮੁਕਤ ਹੋ ਜਾਂਦੇ ਹਨ ਅਤੇ ਜੋਤ ਸਰੂਪ ਜੋਤੀਸ਼ਰੀ ਨਾਮ ਵਿੱਚ ਹੀ ਸਮਾ ਜਾਂਦੇ ਹਨ। ਦੁਖ ਵਿਸਾਰਨ ਹਾਰ ਸੁਆਮੀ, ਕੀਤਾ ਜਾਕਾ ਹੋਵੈ। ਕੋਟ ਕੁਟੰਤਰ ਪਾਪਾਂ ਕੇਰੇ, ਇਹ ਘੜੀ ਮੈਂ ਖੋਵੈ। ਆਸਾ ਮਹਲਾ ਪਹਿਲਾ। ਵਾਹਿਗੁਰੂ ਸੁਆਮੀ ਦੁਖ ਵਿਸਾਰਨ ਹਾਰ ਹੈ ਅਤੇ ਸਭ ਕੁਝ ਦੁੱਖ ਸੁੱਖ ਉਸੇ ਦਾ ਕੀਤਾ ਹੀ ਹੁੰਦਾ ਹੈ। ਕਰੋੜਾਂ ਕਰੋੜਾਂ ਪਾਪਾਂ ਨੂੰ ਤੇ ਪਾਪ ਕਰਮਾਂ ਨੂੰ ਇੱਕ ਘੜੀ ਅੰਦਰ ਹੀ ਖੋ ਦਿੰਦਾ ਹੈ। ਮੇਰੇ ਮਨ ਜਪ ਅਹਨਿਸ ਨਾਮ ਹਰੇ, ਕੋਟ ਕੋਟ ਦੋਖ ਬਹੁ ਕੀਨੇ। ਸਭ ਪਰ ਹਰ ਪਾਸ ਧਰੇ। ਰਹਾਓ। ਹਰ ਹਰ ਨਾਮ ਜਪੈ ਆਰਾਧੈ, ਸੇਵਕ ਭਾਏ ਖਰੇ। ਕਿਲ ਬਿਖ ਦੋਖ ਗਏ ਸਭ ਨੀਕਰ, ਜਿਉ ਪਾਨੀ ਮੈਲ ਹਰੇ। ਖਿਨ ਖਿਨ ਨਰ ਨਾਰਾਇਣ ਗਾਵੈ, ਮੁਖ ਬੋਲੈ ਨਰ ਨਰ ਹਰੇ। ਪੰਚ ਦੋਖ ਅਸਾਧ ਨਗਰ ਮੈਂ, ਇਕ ਖਿਨ ਪਲ ਦੂਰ ਕਰੇ।
ਨਟ ਨਾਰਾਇਣ ਮਹਲਾ ਚੌਥਾ। ਭਾਵ ਅਰਥ। ਵਾਹਿਗੁਰੂ ਦਾ ਨਾਮ ਦਿਨ ਰਾਤ ਜਪਿਆਂ ਕਰੋੜਾਂ ਕਰੋੜ ਦੋਖ ਪਾਪ ਕੀਤੇ ਸਭ ਪਰ ਹਰੇ ਜਾਂਦੇ ਹਨ ਅਤੇ ਲਾਹ ਕੇ ਲਾਂਭੇ ਧਰੇ ਜਾਂਦੇ ਹਨ। ਅਰਥਾਤ ਕੋਟ ਦੋਖ ਪਾਪ ਕੀਤੇ ਇੱਕ ਖਿਣ ਵਿੱਚ ਹੀ ਉਤਰ ਜਾਂਦੇ ਹਨ। ਪਰ ਦਿਨ ਰਾਤ ਇੱਕ ਕੀਤਿਆਂ ਨਾਮ ਅਭਿਆਸ ਵਿੱਚ ਇੱਕ ਨਿਮਖ ਦਾ ਖੱਲਾ ਨਾ ਪੈਣ ਦਿੱਤਾ ਜਾਵੇ। ਰਾਤ ਦਿਨੇ ਅਤੁੱਟ ਅਭਿਆਸ ਕਮਾਈ ਕੀਤੀ ਜਾਵੇ। ਜਿਹੜੇ ਗੁਰਮੁਖ ਅਭਿਆਸੀ ਜਨ ਸਿੱਖ ਸੇਵਕ ਨਾਮ ਦੀ ਖਰੀ ਅਭਿਆਸ ਸੇਵਾ ਭਾਵਨਾ ਕਰਕੇ ਵਾਹਿਗੁਰੂ ਨਾਮ ਨੂੰ ਜਪਦੇ ਆਰਾਧਦੇ ਹਨ, ਉਹਨਾਂ ਦੇ ਜਨਮ ਜਨਮਾਂਤਰਾਂ ਦੇ ਕਿਲਵਿਖ ਰੋਗ ਪਾਪ ਸਭ ਇਉਂ ਨਿਕਲ ਜਾਂਦੇ ਹਨ ਜਿਵੇਂ ਪਾਣੀ ਮੈਲ ਨੂੰ ਧੋ ਸਿੱਟਦਾ ਹੈ। ਜੋ ਜਨ ਸ਼ਰਧਾ ਭਾਵਨੀ ਸਹਿਤ ਖਿਨ ਖਿਨ ਵਾਹਿਗੁਰੂ ਨਾਮ ਹੀ ਮੁਖੋਂ ਉਚਾਰਨ ਕਰਦੇ ਰਹਿੰਦੇ ਹਨ ਅਤੇ ਹਰਦਮ ਵਾਹਿਗੁਰੂ ਅਤੇ ਵਾਹਿਗੁਰੂ ਨਾਮ ਦਾ ਜਸ ਹੀ ਗਾਉਂਦੇ ਰਹਿੰਦੇ ਹਨ, ਉਹਨਾਂ ਦੀ ਦੇਹੀ ਸਰੀਰ ਅੰਦਰੋਂ ਪੰਜ ਅਸਾਧ ਰੋਗ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਇੱਕ ਖਿਣ ਪਲ ਵਿੱਚ ਦੂਰ ਹੋ ਜਾਂਦੇ ਹਨ। ਵਾਹਿਗੁਰੂ ਦਰਸ ਮਿਲਾਪ ਦੀ ਤਾਂਘ ਹੀ ਅੰਦਰੋਂ ਕ੍ਰੋਧ ਨੂੰ ਮਾਰ ਨਿਵਾਰ ਦਿੰਦੀ ਹੈ, ਹਉਮੈ ਮਮਤਾ ਨੂੰ ਸਾੜ ਦਿੰਦੀ ਹੈ ਅਤੇ ਸਦ ਨਵਰੰਗੀਆ ਪ੍ਰੇਮ ਰਗੋ ਰੇਸ਼ੇ ਵਿੱਚ ਭਰ ਦਿੰਦੀ ਹੈ। ਉਸ ਦਾ ਸਿਮਰਨ ਤਾਂ ਅਤਿਅੰਤ ਕੌਤਕ ਕਟਾਕਸ਼ੀ ਹੈ ਅਤੇ ਕੋਟ ਕਲਪ ਕੇ ਦੁਖ ਨਿਵਾਰਨ ਹਾਰਾ ਹੈ। ਯਥਾ ਗੁਰਵਾਕ। ਹਰ ਬਿਨ ਕਿਉਂ ਧੀਰੈ ਮਨ ਮੇਰਾ, ਕੋਟ ਕਲਪ ਕੇ ਦੁਖ ਬਿਨਾਸਨ, ਸਾਚ ਦ੍ਰਿੜਾਏ ਨਿਬੇਰਾ। ਰਹਾਉ। ਕ੍ਰੋਧ ਨਿਵਾਰ ਜਲੇ ਹੋਂ ਮਮਤਾ, ਪ੍ਰੇਮ ਸਦਾ ਨਉ ਰੰਗੀ, ਅਨਭਉ ਬਿਸਰ ਗਏ ਪ੍ਰਭ ਜਾਚਿਆ, ਹਰ ਨਿਰਮਾਇਲ ਸੰਗੀ। ਚੰਚਲ ਮਤ ਤਿਆਗ ਭਉ ਭੰਜਨ ਪਾਇਆ, ਏਕ ਸ਼ਬਦ ਲਿਵ ਲਾਗੀ, ਹਰ ਰਸ ਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਏ ਬਡ ਭਾਗੀ। ਸਾਰੰਗ ਮਹਲਾ ਪਹਿਲਾ। ਵਿਆਖਿਆ। ਵਾਹਿਗੁਰੂ ਨਾਮ ਦੇ ਸਿਮਰਨ ਨਾਲ ਜੇ ਐਸਾ ਹੇਜ ਪੈ ਜਾਵੇ ਕਿ ਉਸ ਦੇ ਸਿਮਰਨ ਬਾਝੋਂ ਇੱਕ ਛਿਨ ਵੀ ਚੈਨ ਨਾ ਆਵੇ, ਨਾ ਮਨ ਧੀਰਜ ਧਰੇ, ਐਸੀ ਵੇਦਨ ਬਿਰਹਾ ਦੀ ਦਸ਼ਾ ਵਿੱਚ ਸਿਮਰਿਆ ਜਪਿਆ ਅਰਾਧਿਆ ਹੋਇਆ ਨਾਮ ਕਰੋੜਾਂ ਜੁਗਾਂ ਦੇ ਦੁੱਖਾਂ ਪਾਪਾਂ ਨੂੰ ਦੂਰ ਕਰਨ ਹਾਰਾ ਹੈ। ਪਰ ਇਹ ਨਿਬੇੜਾ ਕਰੋੜਾਂ ਜੁਗਾਂ ਦੇ ਦੁੱਖਾਂ ਪਾਪਾਂ ਨੂੰ ਦੂਰ ਕਰਨ ਹਾਰਾ ਤਾਂ ਹੀ ਹੁੰਦਾ ਹੈ ਜੇ ਸਤਿਗੁਰੂ ਸਾਚ ਨੂੰ ਸੱਚੇ ਨਾਮ ਨੂੰ ਦ੍ਰਿੜਾਏ ਦਿੰਦੇ ਹਨ। ਗੁਰਮਤਿ ਨਾਮ ਦ੍ਰਿੜ ਹੋਣ ਪਰ ਹੀ ਨਾਮ ਦਾ ਦੁੱਖ ਨਿਵਾਰਨੀ ਖੰਡਾ ਖੜਕਦਾ ਹੈ। ਐਸਾ ਦੁੱਖ ਨਿਵਾਰਨੀ ਕਿ ਕਰੋੜਾਂ ਜਨਮਾਂ ਦੇ ਪਾਪ ਕਰਮਾਂ ਨੂੰ ਇੱਕ ਛਿਨ ਵਿੱਚ ਛਹਿ ਕਰ ਦਿੰਦਾ ਹੈ। ਸਾਚ ਨਾਮ ਦ੍ਰਿੜਮੰਤੀ ਸਿਮਰਨ ਖੜਗ ਖੰਡਾ ਚੱਲਣ ਪਰ ਕਾਮ ਕ੍ਰੋਧ ਆਦਿਕ ਤਾਂ ਸੁਖੈਨ ਹੀ ਪਹਿਲੀ ਸੱਟੇ ਸੜ ਕੇ ਸੁਆਹ ਹੋ ਜਾਂਦੇ ਹਨ ਅਤੇ ਹਉਮੈ ਮਮਤਾ ਵੀ ਦਗਦ ਹੋ ਜਾਂਦੀ ਹੈ ਅਤੇ ਸਦ ਨਵਰੰਗੀਆ ਪਰਮਾਰਥੀ ਪ੍ਰੇਮ ਅੰਦਰੋਂ ਉਗਵ ਖੜੋਂਦਾ ਹੈ ਅਤੇ ਵਾਹਿਗੁਰੂ ਦੀ ਯਾਚਨਾ ਰੂਪੀ ਆਰਾਧਨਾ ਕਰਿਆਂ ਹੋਰ ਸਾਰੇ ਭਉ ਵਿਸਰ ਜਾਂਦੇ ਹਨ। ਇੱਕ ਵਾਹਿਗੁਰੂ ਦਾ ਭੈ ਭਾਉ ਹੀ ਅੰਦਰ ਰਮ ਜਾਂਦਾ ਹੈ। ਸਾਰੇ ਭਉ ਸੰਸੇ ਵਿਸਰ ਜਾਣ ਤੋਂ ਪਿੱਛੋਂ ਅਤੇ ਸਾਰੇ ਸੰਕਲਪ ਵਿਕਲਪ ਮਿਟ ਜਾਣ ਤੋਂ ਪਛਾਤ ਹਿਰਦਾ ਕਮਲ ਸ਼ੀਸ਼ੇ ਵਾਂਗੂ ਸਾਫ਼ ਹੋ ਜਾਂਦਾ ਹੈ। ਐਸੇ ਸਾਫ਼ ਹਿਰਦੇ ਚੋਂ ਉਪਜੀ ਹੋਈ ਵਾਹਿਗੁਰੂ ਦਰਸ ਮਿਲਾਪ ਦੀ ਯਾਚਨਾ ਅਰਦਾਸ ਕੀਤੀ ਹੋਈ ਕਦੇ ਬਿਰਥੀ ਨਹੀਂ ਜਾਂਦੀ। ਕਦੇ ਸਹਿਜੇ ਹੀ ਮਾਇਲ ਨਾ ਹੋਣ ਵਾਲੇ ਵਾਹਿਗੁਰੂ ਹਰੀ ਪਰਮਾਤਮਾ ਨੂੰ ਮਾਇਲ ਕਰ ਲੈਂਦੀ ਹੈ, ਰਿਝਾਏ ਲੈਂਦੀ ਹੈ। ਵਾਹਿਗੁਰੂ ਪ੍ਰੀਤਮ ਐਸਾ ਰੀਝਦਾ ਹੈ ਕਿ ਪ੍ਰੇਮੀ ਜਨ ਦਰਸ਼ਨ ਆਸ਼ਿਕ ਮੁਸਕਾਰੜੇ ਪ੍ਰੇਮੀ ਜਨ ਦੇ ਅੰਗ ਸੰਗ ਵਰਤ ਕੇ ਓਤ ਪੋਤ ਇਕਮਿਕ ਹੋਏ ਕਹਿ ਰੇਲ ਮੇਲ ਕੇਲ ਕਰਨ ਲੱਗ ਪੈਂਦਾ ਹੈ। ਪ੍ਰੀਤਮ ਪ੍ਰੇਮੀ ਇਕਮਿਕ ਹੋ ਜਾਂਦੇ ਹਨ। ਚੰਚਲ ਮਤ ਤਿਆਗ ਕੇ ਹੀ ਭਾਉ ਭੰਜਨ ਪ੍ਰੀਤਮ ਵਾਹਿਗੁਰੂ ਨੂੰ ਪਾਇਆ ਜਾਂਦਾ ਹੈ। ਨਿਰਾਪੁਰਾ ਚੰਚਲ ਮਤੀ ਨਿਆਣਿਆਂ ਦਾ ਕੁਛ ਨਹੀਂ ਬਣਦਾ। ਏਕ ਸ਼ਬਦ ਲਿਵ ਲਾਗੀ, ਏਕ ਸ਼ਬਦ ਗੁਰਮਤਿ ਨਾਮ ਗੁਰਮੰਤਰ ਦੀ ਅਭਿਆਸ ਕਮਾਈ ਕੀਤਿਆਂ ਹੀ ਪ੍ਰੀਤਮ ਪਰਮਾਤਮਾ ਨਾਲ ਸੱਚੀ ਗਹਿ ਗੱਡਵੀਂ ਲਿਵ ਲੱਗਦੀ ਹੈ। ਲਿਵ ਲੱਗਿਆਂ ਹੀ ਸੱਚੜਾ ਹਰ ਰਸ ਚਖਦੀ ਹੈ। ਹਰ ਰਸ ਚਖੇ ਤੋਂ ਹੀ ਆਨ ਰਸਾਂ ਦੀ ਤ੍ਰਿਖਾ ਤ੍ਰਿਸ਼ਨਾ ਨਿਵਾਰੀ ਜਾਂਦੀ ਹੈ। ਐਸੇ ਵਡਭਾਗੀਆਂ ਨੂੰ ਆਪੇ ਹੀ ਮੇਲ ਲੈਂਦਾ ਹੈ ਮੇਲਣਹਾਰ ਗੁਰੂ ਕਰਤਾਰ। ਭਉ ਭਾਗਾ ਨਿਰਭਉ ਮਨ ਬਸੈ, ਅੰਮ੍ਰਿਤ ਨਾਮ ਰਸਨਾ ਨਿਤ ਜਪੈ, ਕੋਟ ਜਨਮ ਕੇ ਕਾਟੇ ਫਾਹੇ, ਪਾਇਆ ਲਾਭ ਸੱਚਾ ਧਨ ਲਾਹੇ। ਟੋਟ ਨ ਆਵੈ
ਅਖੁੱਟ ਭੰਡਾਰ, ਨਾਨਕ ਭਗਤ ਸੁਹੈ ਹਰ ਦੁਆਰ। ਰਾਮਕਲੀ ਮਹੱਲਾ ਪੰਜਵਾਂ। ਭਾਵ ਨਿਰਭਉ ਨਿਰੰਕਾਰ ਵਾਹਿਗੁਰੂ ਜਦੋਂ ਮਨ ਵਿੱਚ ਆ ਵਸਦਾ ਹੈ ਤਾਂ ਜਨਮ ਮਰਨ ਦਾ ਭਉ ਭੱਜ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਜੈਸਾ ਸੇਵੈ ਤੈਸਾ ਹੋਮੈ। ਗੁਰਵਾਕ ਅਨੁਸਾਰ ਨਿਰਭਉ ਨਾਮ ਦਾ ਜਾਪ ਅਭਿਆਸ ਨਿਰਭਉ ਵਾਹਿਗੁਰੂ ਵਿੱਚ ਲੀਨ ਕਰ ਦਿੰਦਾ ਹੈ। ਜੀਭ ਅੰਮ੍ਰਿਤ ਨਾਮ ਦਾ ਨਿਤਾ ਪ੍ਰਤ ਜਾਪ ਕਰਨ ਵਿੱਚ ਗਿੱਝ ਜਾਂਦੀ ਹੈ। ਇਉਂ ਨਾਮ ਜਪਣ ਵਾਲੇ ਦੇ ਕੋਟ ਜਨਮਾਂ ਦੇ ਪਾਪ ਕਰਮੀ ਫਾਹੇ ਕੱਟੇ ਜਾਂਦੇ ਹਨ, ਨਿਰਸੰਦੇਹ ਕੱਟੇ ਜਾਂਦੇ ਹਨ। ਸੱਚਾ ਧਨ, ਲਾਹੇ ਵਾਲਾ ਸੱਚਾ ਲਾਭ ਇਉਂ ਮਿਲ ਜਾਂਦਾ ਹੈ। ਸੱਚੇ ਨਾਮ ਧਨ ਦੇ ਐਸੇ ਅਖੁੱਟ ਲਾਹੇ ਮਿਲਦੇ ਹਨ ਜਿਨ੍ਹਾਂ ਦੀ ਕਦੇ ਤੋਟ ਹੀ ਨਹੀਂ ਆਉਂਦੀ। ਅਖੁੱਟ ਭੰਡਾਰੇ ਭਰੇ ਰਹਿੰਦੇ ਹਨ। ਕੋਟ ਜਨਮ ਕੇ ਕਿਲਬਿਖ ਨਾਸੇ, ਹਰ ਚਰਣੀ ਚਿਤ ਲਾਏ। ਸੋਰਠ ਮਹੱਲਾ ਪੰਜਵਾਂ। ਵਾਹਿਗੁਰੂ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਦੇ ਚਰਨਾਂ ਨਾਲ ਹੀ ਚਿੱਤ ਜੁੜ ਜਾਏ। ਜਦੋਂ ਐਸਾ ਚਿੱਤ ਚਰਨ ਜੁੜਨਾ ਅਭਿਆਸ ਕਮਾਇਆ ਜਾਂਦਾ ਹੈ ਤਦੋਂ ਕੋਟਾਨ ਕੋਟ ਕਰੋੜਾਂ ਹੀ ਜਨਮਾਂ ਦੇ ਕਮਾਤੇ ਘੋਰ ਪਾਪ ਸਭ ਵਿਨਾਸ਼ ਹੋ ਜਾਂਦੇ ਹਨ। ਸਭਨਾ ਕਿਲਵਿਖਾਂ ਅਤੇ ਘੋਰ ਪਾਪਾਂ ਕਰਮਾਂ ਦਾ ਨਾਸ ਹੋ ਜਾਂਦਾ ਹੈ। ਕੋਟ ਜਨਮ ਕੇ ਕਿਲਬਿਖ ਨਾਸੈ, ਸਿਮਰਤ ਪਾਵਨ ਤਨ ਮਨ ਸੁਖ। ਟੋਡੀ ਮਹੱਲਾ ਪੰਜਵਾਂ। ਵਾਹਿਗੁਰੂ ਨਾਮ ਦੇ ਸਿਮਰਨ ਦੁਆਰਾ ਕਰੋੜਾਂ ਜਨਮਾਂ ਦੇ ਘੋਰ ਅਤਿਆਚਾਰੀ ਪਾਪ ਕਰਮ ਨਾਸ ਹੋ ਜਾਂਦੇ ਹਨ ਅਤੇ ਨਾਮ ਸਿਮਰਨ ਹਾਰਿਆਂ ਦੇ ਤਨ ਤੇ ਮਨ ਪਵਿੱਤਰ ਪਾਵਨ ਹੋ ਜਾਂਦੇ ਹਨ ਤੇ ਸੁਖ ਦਾ ਸਰੂਪ ਹੀ ਬਣ ਜਾਂਦੇ ਹਨ। ਕੋਟ ਪਰਾਧ ਖਿਨ ਮੈਂ ਖੋ ਭਈ ਹੈ, ਗੁਰਮਿਲ ਹਰ ਹਰ ਕਹਿਆ। ਸਾਰੰਗ ਮਹੱਲਾ ਪੰਜਵਾਂ। ਗੁਰੂ ਦੁਆਰਾ ਸੱਚਾ ਗੁਰਮਤਿ ਨਾਮ ਪ੍ਰਾਪਤ ਹੋਣ ਪਰ ਜਾਂ ਗੁਰਮਤਿ ਨਾਮ ਅਭਿਆਸ ਕੀਤਾ ਤਾਂ ਕੋਟ ਕਰੋੜਾਂ ਹੀ ਅਪਰਾਧ ਕਰਮ ਕੀਤੇ ਇੱਕ ਖਿਨ ਵਿੱਚ ਖਹਿ ਹੋ ਗਏ। ਗੁਰਮਿਲ ਹਰ ਹਰ ਕਹਿਆ ਦਾ ਭਾਵ ਹੈ ਗੁਰੂ ਨੂੰ ਮਿਲ ਕੇ ਅਤੇ ਗੁਰੂ ਤੋਂ ਦੀਖਿਆ ਲੈ ਕੇ ਨਾਮ ਅਭਿਆਸ, ਨਾਮ ਜਪਣਾ ਸਿੱਖਿਆ। ਉਸ ਗੁਰ ਸਿੱਖਿਆ ਵਾਲਾ ਸ਼ਬਦ ਗੁਰਮਤਿ ਨਾਮ ਭਾਖਿਆ ਹੀ ਫਲੀਭੂਤ ਹੁੰਦਾ ਹੈ। ਗੁਰੂ ਧਾਰਨ ਕਰਨ ਦੀ ਗੁਰਮਤਿ ਰੀਤੀ ਦਾ ਧੁਰਵਾ ਗੁਰੂ ਦਸ਼ਮੇਸ਼ ਪਾਤਸ਼ਾਹ ਨੇ ਜੁਗਾਂ ਜੁਗਾਂਤਰਾਂ ਲਈ ਬੰਨ੍ਹ ਦਿੱਤਾ। ਤਿਆਰ ਬਰ ਤਿਆਰ ਪੰਜ ਗੁਰੂ ਕੇ ਸਿੱਖ ਗੁਰਮੁਖ ਪਿਆਰਿਆਂ, ਗੁਰੂ ਸਰੂਪ ਪੰਜਾਂ ਪਿਆਰਿਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਿਸ ਕਿਸੇ ਅਧਿਕਾਰੀ ਜਗਿਆਸੂ ਨੇ ਖੰਡੇ ਦਾ ਅੰਮ੍ਰਿਤ ਛਕਿਆ ਹੈ ਅਤੇ ਸੱਚੇ ਗੁਰਮਤਿ ਨਾਮਮਈ ਗੁਰਮੰਤਰੀ ਗੁਰਦੀਖਿਆ ਲਈ ਹੈ, ਉਸੇ ਰਹਿਣੀ ਬਹਿਣੀ ਵਾਲੇ ਤਿਆਰ ਬਰ ਤਿਆਰ ਗੁਰਮੁਖ ਗੁਰਸਿੱਖ ਦਾ ਨਾਮ ਜਪਿਆ, ਗੁਰਮਤਿ ਨਾਮ ਜਪਿਆ ਹੀ ਫਲੀਭੂਤ ਹੁੰਦਾ ਹੈ। ਨਿਗੁਰੇ ਗੁਰੂ ਹੀਣੇ ਮੀਣੇ ਮਨਮੁਖ ਦਾ ਨਾਮ ਜਪਿਆ ਕਿਸੇ ਲੇਖੇ ਨਹੀਂ, ਉਸ ਨੂੰ ਕੋਈ ਫਲ ਨਹੀਂ ਲੱਗਦਾ। ਉਹ ਗੁਰਮਤਿ ਨਾਮ ਹੀ ਨਹੀਂ, ਉਹ ਗੁਰ ਸ਼ਬਦ ਹੀ ਨਹੀਂ। ਗੁਰ ਕਾ ਸ਼ਬਦ ਸੋ ਹੈ ਜੋ ਗੁਰੂ ਦੁਆਰਾ, ਗੁਰੂ ਦਸ਼ਮੇਸ਼ ਦੱਸੀ ਰੀਤੀ ਦੁਆਰਾ ਜਗਿਆਸੂ ਨੂੰ ਪ੍ਰਾਪਤ ਹੁੰਦਾ ਹੈ। ਇਹੋ ਗੁਰਮੰਤਰ ਗੁਰ ਸ਼ਬਦ, ਗੁਰਮਤਿ ਨਾਮ ਕਾ ਸ਼ਬਦ ਕੋਟ ਕਰਮ ਕੱਟਣ ਨੂੰ ਸਮਰੱਥ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕੇਵਲ ਗੁਰ ਕਾ ਸ਼ਬਦ ਅਰਥਾਤ ਗੁਰੂ ਦੁਆਰਾ ਦੀਖਸ਼ਾਇਆ ਸ਼ਬਦ ਗੁਰਮੰਤਰ ਗੁਰਮਤਿ ਨਾਮ ਹੀ ਹੈ ਜੋ ਕੋਟ ਕਰਮਾਂ ਦੇ ਕੱਟਣ ਨੂੰ ਸਮਰੱਥ ਹੈ। ਕੋਟ ਜਨਮਾਂ ਦੇ ਪਾਪ ਕਰਮਾਂ ਨੂੰ ਕੱਟਣ ਹਾਰਾ ਕੇਵਲ ਗੁਰ ਕਾ ਸ਼ਬਦ ਗੁਰਮੰਤਰ ਹੀ ਹੈ। ਹੋਰ ਕੋਈ ਐਰਾ ਗੈਰਾ ਨਿਗੁਰਿਆਂ ਮੁਖੋਂ ਪਪ ਪਪ ਕਹੈਰਾ, ਬੁੱਧੂ ਖੈਰਾ ਨਾਮ ਨਹੀਂ। ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥਕੇ ਮੈਲ ਨ ਸਕੀ ਧੋਏ। ਰਹਾਓ। ਸ੍ਰੀ ਰਾਗ ਮਹੱਲਾ ਤੀਜਾ। ਆਪਣੇ ਹੁਦਰੋਂ ਮੂੰਹ ਮਾਰਿਆ ਨਾਮ ਬਥੇਰੇ ਨਿਗੁਰੇ ਆਖਦੇ ਫਿਰਦੇ ਹਨ, ਪਰ ਉਹਨਾਂ ਦੇ ਆਪੋਂ ਮੂੰਹੋਂ ਆਖਿਆ ਨਾਮ ਕੀ ਅਰਥ ਰੱਖਦਾ ਹੈ? ਰਾਮ ਰਾਮ ਸਭ ਕੋ ਕਹੈ, ਕਹਿ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਗੁਜਰੀ ਮਹੱਲਾ ਤੀਜਾ। ਗੁਰਮਤਿ ਟਕਸਾਲੀ ਨਾਮ। ਸਭ ਕੋਈ ਰਾਮ ਰਾਮ ਆਪ ਹੁਦਰਾ ਹੀ ਕਹਿੰਦਾ ਫਿਰਦਾ ਹੈ। ਜਿਤਨੀ ਮੂੰਹ ਭਾਖਿਆ ਉਤਨਾ ਹੀ ਰਾਮ ਆਖਿਆ। ਇਉਂ ਆਪ ਕਹਿਆਂ ਕਦੇ ਜਪਣ ਜੋਗ ਗੁਰਮਤਿ ਟਕਸਾਲੀ ਨਾਮ ਬਣ ਸਕਦਾ ਹੈ, ਕਦੇ ਰਾਮ ਹੋ ਸਕਦਾ ਹੈ, ਕਦੇ ਨਹੀਂ। ਗੁਰ ਪ੍ਰਸਾਦੀ ਰਾਮ ਮਨ ਵਸੈ। ਗੁਰੂ ਕੇ ਪ੍ਰਸਾਦ ਕਰ, ਗੁਰ ਦੀਖਿਆ ਦੇ ਪ੍ਰਸਾਦ ਕਰਕੇ ਗੁਰਮਤਿ ਦੀ ਸੱਚੀ ਟਕਸਾਲੋਂ ਨਿਕਲਿਆ ਨਾਮ ਹੀ ਜਪਣ ਜੋਗ ਨਾਮ ਹੈ। ਗੁਰ ਪ੍ਰਸਾਦੀ ਹੀ
ਇਹ ਗੁਰਮਤਿ ਨਾਮ ਅੰਦਰ ਵਸਦਾ ਹੈ। ਗੁਰ ਪ੍ਰਸਾਦੀ ਨਾਮ ਜਪਣ ਵਾਲਿਆਂ ਦੇ ਮਨ ਅੰਦਰ ਵਸਣ ਕਰਕੇ ਹੀ ਨਾਮ ਫਲੀਭੂਤ ਹੁੰਦਾ ਹੈ। ਗੁਰ ਪ੍ਰਸਾਦੀ ਪ੍ਰਾਪਤ ਹੋਏ ਨਾਮ ਦੀ ਕਮਾਈ ਕੀਤਿਆਂ ਹੀ ਤਤ ਫਲ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦੀ ਪ੍ਰਾਪਤ ਹੋਇਆ ਨਾਮ ਹੀ ਗੁਰ ਕਾ ਸ਼ਬਦ ਹੈ। ਇਹ ਗੁਰ ਸ਼ਬਦ ਹੀ ਕੋਟ ਕਰਮ ਕੱਟਣ ਨੂੰ ਸਮਰੱਥ ਹੈ। ਹੋਰ ਕੋਈ ਆਨਮਤ ਨਾਮ, ਕਿਰਤਮ ਨਾਮ ਕਰਮਾਂ ਨੂੰ, ਪਾਪਾਂ ਨੂੰ ਨਹੀਂ ਕੱਟ ਸਕਦਾ। ਇਹ ਫੈਸਲਾ ਹੈ, ਧੁਰ ਦਾ ਫੈਸਲਾ ਕਰਕੇ ਜਾਣੋ ਸੱਚ। ਸਿਮਰਤ ਨਾਮ ਮਨੈ ਸਾਧਾਰੈ, ਕੋਟ ਪਰਾਧੀ ਖਿਨ ਮਹਿ ਤਾਰੈ। ਕਾਨੜਾ ਮਹਲਾ ਪੰਜਵਾਂ। ਭਾਵ ਮਨ ਬਚਨ ਕਰਮ ਕਰਕੇ ਸਹਿਤ ਆਧਾਰ ਤੇ ਕੀਤਾ ਹੋਇਆ ਇੱਕ ਖਿਨ ਮਾਤਰੀ ਨਾਮ ਸਿਮਰਨ ਕੋਟ ਅਪਰਾਧੀਆਂ ਪਾਪੀਆਂ ਨੂੰ ਤਾਰ ਦਿੰਦਾ ਹੈ। ਇੱਕ ਖਿਨ ਵਿੱਚ ਤਾਰ ਦਿੰਦਾ ਹੈ। ਕੋਟ ਅਪਰਾਧ ਅਤੇ ਪਾਪ ਕਰਮ ਵੀ ਜਿਸ ਪ੍ਰਾਣੀ ਨੇ ਕੀਤੇ ਹੋਏ ਹੋਣ, ਉਸ ਨੂੰ ਮਨੈ ਸਾਧਾਰੀ ਨਾਮ ਸਿਮਰਨ ਇੱਕ ਖਿਨ ਮਾਤਰ ਦਾ ਕੀਤਾ ਹੋਇਆ ਨਿਰਸੰਦੇਹ ਹੀ ਤਾਰ ਦਿੰਦਾ ਹੈ। ਕੋਟ ਪਰਾਧ ਮਹਾ ਅਕਿਰਤ ਘਣ, ਬਹੁਰ ਬਹੁਰ ਪ੍ਰਭ ਸਹੀਐ। ਦੇਵ ਗੰਧਾਰੀ ਮਹਲਾ ਪੰਜਵਾਂ। ਵਾਹਿਗੁਰੂ ਐਸਾ ਸਹਿਣਸ਼ੀਲਤਾ ਵਾਲਾ ਹੈ, ਐਸੀ ਬਰਦਾਸ਼ਤ ਵਾਲਾ ਹੈ, ਬੜੇ ਬੜੇ ਅਕਿਰਤ ਘਣ ਨਾ ਸ਼ੁਕਰਿਆਂ ਦੇ ਬਾਰ-ਬਾਰ ਕੀਤੇ ਹੋਏ ਕਰੋੜਾਂ ਪਾਪ ਅਪਰਾਧ ਸਹਿ ਲੈਂਦਾ ਹੈ। ਸਗੋਂ ਅਕਿਰਤ ਘਣਾ ਅਪਰਾਧੀਆਂ ਨੂੰ ਵੀ ਪਾਲਦਾ ਹੈ, ਸਹਾਰਾ ਦਿੰਦਾ ਹੈ, ਸ਼ਰਨ ਆਇਆਂ ਨੂੰ ਬਖਸ਼ ਦਿੰਦਾ ਹੈ। ਉਹਨਾਂ ਦੇ ਕੀਤੇ ਕਰੋੜਾਂ ਪਾਪ ਕਰਮਾਂ ਦੀ ਪਰਵਾਹ ਨਹੀਂ ਕਰਦਾ, ਪਰ ਜੋ ਸ਼ਰਨ ਆਵੈ ਤਿਸੈ ਨੂੰ ਕੰਠ ਲਾਉਂਦਾ ਹੈ। ਸ਼ਰਨ ਆਏ ਦੇ ਇਹ ਲੱਛਣ ਹਨ ਕਿ ਜੋ ਪ੍ਰਾਣੀ ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲਦਾ ਹੈ, ਉਹਨਾਂ ਨੂੰ ਸ਼ਰਨ ਆਇਆ ਸਮਝੋ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਧਨਾਸਰੀ ਮਹਲਾ ਪੰਜਵਾਂ। ਪ੍ਰਕਾਸ਼ ਰੂਪ ਗੁਰੂ ਨੂੰ ਵੱਡੇ ਭਾਗਾਂ ਕਰਕੇ ਭੇਟੀਦਾ ਹੈ। ਗੁਰੂ ਧਾਰਨ ਕਰਕੇ ਜੋ ਸੇਵਾ ਮਿਲਦੀ ਹੈ, ਉਸ ਸਿਮਰਨ ਸੇਵਾ ਨੂੰ ਕਰਕੇ ਸਿਮਰਨ ਹਾਰੇ ਦੇ ਕੋਟ ਅਪਰਾਧ ਮਿਟ ਜਾਂਦੇ ਹਨ, ਕੋਟ ਪਾਪ ਕਰਮ ਕੱਟੇ ਜਾਂਦੇ ਹਨ। ਇਸ ਵਿੱਚ ਕਿੰਤੂ ਕਰਨ ਦੀ ਜਾਏ ਨਹੀਂ। ਕੋਟ ਪਰਾਧ ਮਿਟੇ ਖਿਨ ਭੀਤਰ, ਜਾਂ ਗੁਰਮੁਖ ਨਾਮ ਸਮਾਰੇ। ਧਨਾਸਰੀ ਮਹਲਾ ਪੰਜਵਾਂ। ਮੁਖੀ ਗੁਰੂ ਵਾਹਿਗੁਰੂ ਨਾਮ ਦੇ ਸਿਮਰਨ ਸੰਭਾਲਣ ਕਰ ਕੋਟ ਅਪਰਾਧ ਪਾਪ ਕਰਮ ਕੀਤੇ ਇੱਕ ਖਿਨ ਮਾਤਰ ਵਿੱਚ ਉਤਰ ਜਾਂਦੇ ਹਨ, ਉੱਕੇ ਹੀ ਮਿਟ ਜਾਂਦੇ ਹਨ। ਕੋਟ ਪਰਾਧ ਮਿਟੇ ਤੇਰੀ ਸੇਵਾ, ਦਰਸ਼ਨ ਦੁਖ ਉਤਾਰਿਓ, ਨਾਮ ਜਪਤ ਮਹਾ ਸੁਖ ਪਾਇਓ, ਚਿੰਤਾ ਰੋਗ ਬਿਦਾਰਿਓ। ਦੇਵ ਗੰਧਾਰੀ ਮਹਲਾ ਪੰਜਵਾਂ। ਵਾਹਿਗੁਰੂ ਦੀ ਸਿਮਰਨ ਰੂਪੀ ਸੇਵਾ ਕਰਨ ਕਰ ਕੋਟ ਅਪਰਾਧ ਪਾਪ ਕਰਮ ਕੀਤੇ ਮਿਟ ਗਏ, ਅਤੇ ਵਾਹਿਗੁਰੂ ਦੇ ਦਰਸ਼ਨ ਨੇ ਜੋ ਅਤੁੱਟ ਸਿਮਰਨ ਅਭਿਆਸ ਕਮਾਈ ਕਰ ਘਟ ਅੰਤਰ ਹੀ ਪ੍ਰਾਪਤ ਹੋਇਆ, ਬਿਰਖਾ ਫਿਰਾਕ ਵਿਛੋੜੇ ਦਾ ਸਗਲਾ ਦੁੱਖ ਦਰਦ ਉਤਾਰ ਦਿੱਤਾ। ਗੁਰਮਤਿ ਨਾਮ ਦੇ ਜਪਣ ਪ੍ਰਤਾਪ ਕਰ ਮਹਾ ਸੁਖ ਪ੍ਰਾਪਤ ਹੋਇਆ, ਅਤੇ ਚਿੰਤਾ ਰੂਪੀ ਰੋਗ ਸਮੁੱਚਾ ਹੀ ਬਿਦਾਰ ਦਿੱਤਾ, ਲਾ ਸਿਟਿਆ।